Hello everyone, I am you Sandeep ma'am from Desma Smart School Mugga. Firstly, don't forget to subscribe our channel. Today I will going to teach you the next chapter, that is subsidiary books, under which we will read the meaning of subsidiary book and its advantages. Let us start the meaning of subsidiary books. Where the size of the business grows and number of transactions become very large, it's no longer possible to record all transactions in one journal only. ਹੁਣ ਤੱਕ ਆਪਾਂ ਅਕਾਊਂਟੈਂਸੀ ਦੇ ਵਿੱਚ ਕੀ ਆ ਇਹ ਗੱਲ ਕੀ ਆਪਾਂ ਪੜ੍ਹੀ ਹੈ ਕਿ ਜਦ ਵੀ ਕੋਈ ਆਪਣੀਆਂ ਬਿਜ਼ਨਸ ਟ੍ਰਾਂਜੈਕਸ਼ਨ ਹੁੰਦੀਆਂ ਵਾ ਆਪਾਂ ਡੇਜ਼ ਵਾਈਜ਼ ਕੀ ਆ ਉਹਨੂੰ ਕੀ ਆ ਇੱਕ ਬੁੱਕ ਦੇ ਵਿੱਚ ਰਿਕਾਰਡ ਕਰਦੇ ਹਾਂ। ਉਹ ਬੁੱਕ ਨੂੰ ਜਰਨਲ ਕਹਿੰਦੇ। ਫਰਦਰ ਆਪਾਂ ਕੀ ਕੀਤਾ ਸੀਗਾ ਕਿ ਉਹਨੂੰ ਲੈਜਰ ਦੇ ਵਿੱਚ ਕਿੱਦਾਂ ਆਪਾਂ ਕੀ ਆ ਪੋਸਟ ਕਰਨਾ ਹੈਗਾ ਵਾ। ਹੁਣ ਨੈਕਸਟ ਕੀ ਹੈਗਾ, ਜੇਕਰ ਆਪਣਾ ਬਿਜ਼ਨਸ ਜਿਹੜਾ ਇੱਕ ਲਾਰਜ ਸਕੇਲ 'ਤੇ ਮੀਨਸ ਆਪਾਂ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰ ਰਹੇ ਹਾਂ ਤਾਂ ਉਸ ਕੇਸ ਦੇ ਵਿੱਚ ਕੀ ਆਪਣੀਆਂ ਟ੍ਰਾਂਜੈਕਸ਼ਨਸ ਜਿਹੜੀਆਂ ਉਹ ਵੀ ਕੀ ਆ ਇਨਕਰੀਜ਼ ਹੋ ਜਾਣਗੀਆਂ, ਵੱਧ ਜਾਣਗੀਆਂ। ਤਾਂ ਜਦ ਆਪਣੀਆਂ ਟ੍ਰਾਂਜੈਕਸ਼ਨ ਜਿਹੜੀਆਂ ਇਨਕਰੀਜ਼ ਹੋ ਗਈਆਂ ਤਾਂ ਆਪਣੇ ਲਈ ਇੱਕ ਬੁੱਕ ਦੇ ਵਿੱਚ ਸਾਰਾ ਕੁਛ ਰਿਕਾਰਡ ਕਰਨਾ ਜਿਹੜਾ ਬਹੁਤ ਡਿਫੀਕਲਟ ਹੋ ਜਾਊਗਾ। ਤਾਂ ਆਪਾਂ ਕੀ ਆ ਹੁਣ ਜਿਹੜਾ ਨੈਕਸਟ ਚੈਪਟਰ ਕਰਨ ਜਾ ਰਹੇ ਹਾਂ ਉਹ ਕੀ ਹੈ, ਸਬਸਿਡਰੀ ਬੁੱਕ। ਸਬਸਿਡਰੀ ਬੁੱਕਸ ਕੀ ਹੁੰਦਾ ਵਾ ਕਿ ਆਪਾਂ ਜੋ ਜਰਨਲ ਬਣਾ ਰਹੇ ਹਾਂ, ਠੀਕ ਹੈ, ਇੱਕ ਬੁੱਕ ਹੈਗੀ ਜਿਹਦੇ 'ਚ ਆਪਾਂ ਸਾਰੀਆਂ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰ ਰਹੇ ਹਾਂ, ਤਾਂ ਫਰਦਰ ਉਹਨੂੰ ਕੀ ਹੈ ਸਬ ਡਿਵਾਈਡ ਕਰ ਦਾਂਗੇ ਇਨਟੂ ਨੰਬਰ ਆਫ ਸਪੈਸ਼ਲ ਜਰਨਲ। ਮੀਨਸ ਕਿ ਪਰਚੇਜ਼ ਬੁੱਕ ਅਲੱਗ ਤੋਂ ਬਣ ਜੂਗੀ, ਸੇਲ ਬੁੱਕ ਅਲੱਗ ਤੋਂ ਬਣ ਜੂਗੀ, ਕੈਸ਼ ਬੁੱਕ ਅਲੱਗ ਤੋਂ ਬਣੂਗੀ। ਇਸ ਤਰ੍ਹਾਂ ਇਹ ਸਾਰੀਆਂ ਸਪੈਸ਼ਲ ਜਰਨਲਸ ਜਿਹੜੀਆਂ ਹੁੰਦੇ ਆ ਉਹਨਾਂ ਨੂੰ ਆਪਾਂ ਆਲਸੋ ਨੋਨ ਐਜ਼ ਡੇ ਬੁੱਕ ਔਰ ਸਪੈਸ਼ਲ ਪਰਪਸ ਬੁੱਕਸ ਵੀ ਕਹਿ ਸਕਦੇ ਹਾਂ, ਜਾਂ ਫਿਰ ਉਹਨਾਂ ਨੂੰ ਸਬਸਿਡਰੀ ਬੁੱਕਸ ਵੀ ਕਹਿ ਸਕਦੇ ਹਾਂ, ਜਾਂ ਫਿਰ ਬੁੱਕਸ ਆਫ ਓਰੀਜਨਲ ਐਂਟਰੀ ਵੀ ਕਹਿ ਸਕਦੇ ਇਹਨਾਂ ਨੂੰ। ਹੁਣ ਤੁਹਾਨੂੰ ਕੀ ਇਸ ਪਿਕਚਰ ਦੇ ਨਾਲ ਜ਼ਿਆਦਾ ਕਲੀਅਰ ਹੋ ਜਾਊਗਾ। ਜਿੱਦਾਂ ਕਿ ਹੁਣ ਇੱਥੇ ਆਪਾਂ ਕੀ ਇੱਕ ਵਨ ਸਾਈਡ 'ਤੇ ਕੀ ਹੈ ਸਮੋਲ ਬਿਜ਼ਨਸ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਸਮੋਲ ਬਿਜ਼ਨਸ ਦੇ ਵਿੱਚ ਕੀ ਹੈ ਸਿਰਫ ਆਪਾਂ ਇੱਕ ਬੁੱਕ ਬਣਾਵਾਂਗੇ ਜਿਹਨੂੰ ਜਰਨਲ ਕਹਿੰਦੇ ਹਾਂ, ਜਿਹਦੇ ਵਿੱਚ ਆਪਾਂ ਕੀ ਹੈ ਡੇਟ ਵਾਈਜ਼ ਕੀ ਆ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਾਂਗੇ। ਔਨ ਦੀ ਅਨਦਰ ਸਾਈਡ ਕੀ ਆ, ਜੇਕਰ ਆਪਣਾ ਬਿਜ਼ਨਸ ਇੱਕ ਲਾਰਜ ਸਕੇਲ 'ਤੇ ਮੀਨਸ ਬਿਗ ਬਿਜ਼ਨਸ ਹੈਗਾ ਵਾ ਤਾਂ ਉਹਦੇ ਵਿੱਚ ਆਪਾਂ ਕੀ ਆ ਸਬਸਿਡਰੀ ਬੁੱਕਸ ਬਣਾਵਾਂਗੇ। ਮੀਨਸ ਜੋ ਜਰਨਲ ਆ ਉਹਨੂੰ ਕੀ ਆ ਸਬ ਡਿਵਾਈਡ ਕਰ ਦਾਂਗੇ। ਜਿੱਦਾਂ ਕੈਸ਼ ਬੁੱਕ ਬਣ ਜਾਏਗੀ, ਪਰਚੇਜ਼ ਬੁੱਕ, ਸੇਲਸ ਬੁੱਕ, ਪਰਚੇਜ਼ ਰਿਟਰਨ ਬੁੱਕ, ਸੇਲ ਰਿਟਰਨ ਬੁੱਕ, ਬਿੱਲ ਰਿਸੀਵੇਬਲ ਬੁੱਕ, ਬਿੱਲ ਪੇਬਲ ਬੁੱਕ, ਜਰਨਲ ਪ੍ਰੋਪਰ। ਇਹ ਸਾਰੀਆਂ ਬੁੱਕਸ ਬਣ ਜਾਣਗੀਆਂ ਬਿਗ ਬਿਜ਼ਨਸ ਦੇ ਵਿੱਚ, ਜਿਹਨੂੰ ਆਪਾਂ ਕੀ ਆ ਸਬਸਿਡਰੀ ਬੁੱਕਸ ਵੀ ਕਹਿੰਦੇ ਹਾਂ। ਸੋ ਨੈਕਸਟ ਟੋਪਿਕ ਐਡਵਾਂਟੇਜਿਸ ਆਫ ਸਬਸਿਡਰੀ ਬੁੱਕਸ। ਫਸਟ ਹੈ ਸਪੈਸ਼ਲਾਈਜੇਸ਼ਨ। ਮੀਨਸ ਆਪਾਂ ਜੋ ਜਰਨਲ ਹੈਗਾ ਵਾ, ਠੀਕ ਹੈ, ਉਹਨੂੰ ਆਪਾਂ ਸਬ ਡਿਵਾਈਡ ਕਰ ਦਿੱਤਾ। ਮੀਨਸ ਕਿ ਆਪਣੀ ਜਿਹਨੂੰ ਆਪਾਂ ਸਬਸਿਡਰੀ ਬੁੱਕਸ ਦਾ ਨਾਮ ਦੇ ਦਿੱਤਾ, ਜਿਹਦੇ ਵਿੱਚ ਆਪਾਂ ਆਲਰੇਡੀ ਬੁੱਕਸ ਜਿਹੜੀਆਂ ਤੁਹਾਨੂੰ ਮੈਂ ਹੁਣੇ ਰੀਡ ਕਰਵਾਈਆਂ, ਜਿੱਦਾਂ ਕੈਸ਼ ਬੁੱਕ, ਪਰਚੇਜ਼ ਬੁੱਕ, ਸੇਲ ਬੁੱਕ। ਇਸੇ ਤਰ੍ਹਾਂ ਆਪਾਂ ਕੀ ਆ ਆਪਣੀ ਜਿਹੜੀ ਕੰਪਨੀ ਹੋਊਗੀ, ਆਪਣੇ ਬਿਜ਼ਨਸ ਦੇ ਵਿੱਚ ਇੰਪਲਾਈਜ਼ ਨੂੰ ਵੀ ਕੀ ਆ ਜਿਹੜੀਆਂ ਡਿਊਟੀਜ਼ ਅਸਾਈਨ ਕਰਾਂਗੇ ਉਹਨਾਂ ਦੀ ਐਬਿਲਿਟੀ ਦੇ ਅਕੋਰਡਿੰਗ ਕੀ ਆ ਡਿਊਟੀਜ਼ ਅਸਾਈਨ ਕਰਾਂਗੇ। ਨੈਕਸਟ ਹੈਗਾ ਸੇਵਿੰਗ ਆਫ ਟਾਈਮ। ਅਗਰ ਜੇਕਰ ਆਪਣੀ ਬੁੱਕਸ ਜਿਹੜੀਆਂ ਅਲੱਗ-ਅਲੱਗ ਬਣੀਆਂ ਹੋਣਗੀਆਂ, ਪਰਚੇਜ਼ ਬੁੱਕ, ਸੇਲ ਬੁੱਕ, ਤਾਂ ਇਹਦੇ ਨਾਲ ਜਿਹੜਾ ਵਾ ਇੱਕ ਟਾਈਮ ਕੰਜ਼ਿਊਮਿੰਗ ਮੈਥਡ ਨਹੀਂ ਹੋਏਗਾ। ਆਪਣਾ ਟਾਈਮ ਕੀ ਆ ਸੇਵ ਹੋਏਗਾ, ਕਿਉਂਕਿ ਜਿਹੜਾ ਕੰਮ ਆਪਣਾ ਜੇਕਰ ਵੰਡਿਆ ਜਾਊਗਾ ਤਾਂ ਉਹ ਉਨੀ ਜਲਦੀ ਕੀ ਕੰਮ ਕੀ ਆ ਕੰਪਲੀਟ ਹੋਵੇਗਾ। ਅਗਰ ਆਪਾਂ ਇੱਕ ਬੁੱਕ ਦੇ ਵਿੱਚ ਹੀ ਸਾਰਾ ਕੁਛ ਰਿਕਾਰਡ ਕਰਾਂਗੇ ਤਾਂ ਉਹ ਬਹੁਤ ਜ਼ਿਆਦਾ ਅਗਰ ਆਪਾਂ ਇੱਕ ਬੁੱਕ ਦੇ ਵਿੱਚ ਕੀ ਸਾਰੇ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਾਂਗੇ ਤਾਂ ਆਪਣੇ ਲਈ ਡਿਫੀਕਲਟ ਹੋ ਜਾਊਗਾ, ਉਹ ਉਨਾ ਹੀ ਜ਼ਿਆਦਾ ਟਾਈਮ ਕੀ ਆ ਕੰਜ਼ਿਊਮ ਕਰੇਗਾ। ਇਸ ਕਰਕੇ ਕੀ ਆ ਸਬਸਿਡਰੀ ਬੁੱਕਸ ਦੀ ਹੈਲਪ ਨਾਲ ਕੀ ਟਾਈਮ ਜਿਹੜਾ ਆਪਣਾ ਵਾ ਸੇਵ ਹੋਊਗਾ ਔਰ ਆਪਣਾ ਕੰਮ ਵੀ ਜਲਦੀ ਤੋਂ ਜਲਦੀ ਹੋਏਗਾ। ਥਰਡ ਹੈ ਇਨਕਰੀਜ਼ ਇਨ ਐਫੀਸ਼ੀਐਂਸੀ। ਅਗਰ ਆਪਾਂ ਵਰਕ ਨੂੰ ਡਿਵਾਈਡ ਕੀਤਾ ਵਾ ਇੰਪਲੋਈ ਦੀ ਉਹਨਾਂ ਦੀ ਐਬਿਲਿਟੀ ਦੇ ਅਕੋਰਡਿੰਗ ਹੀ ਆਪਾਂ ਵਰਕ ਨੂੰ ਡਿਵਾਈਡ ਕਰ ਰਹੇ ਹਾਂ, ਤਾਂ ਉਹ ਵਰਕ ਦੇ ਵਿੱਚ ਕੀ ਆ ਜਿਹੜਾ ਇੱਕ ਵਰਕਰ ਹੋਏਗਾ, ਇੰਪਲਾਈ ਹੋਏਗਾ, ਉਹ ਆਪਣੇ ਵਰਕ ਦੇ ਵਿੱਚ ਕੀ ਹੈ ਪਰਫੈਕਟ ਹੋ ਜਾਏਗਾ। ਮੀਨਸ ਉਹਦੀ ਕੁਸ਼ਲਤਾ ਜਿਹੜੀ ਇਨਕਰੀਜ਼ ਹੋ ਜਾਏਗੀ, ਵੱਧ ਜਾਏਗੀ, ਕਿਉਂਕਿ ਉਹ ਵਾਰ-ਵਾਰ ਉਹ ਕੰਮ ਨੂੰ ਕਰ ਰਿਹਾ ਵਾ ਓਵਰ ਏ ਪੀਰੀਅਡ ਆਫ ਟਾਈਮ। Fourth ਹੈ flexibility. It's not necessary that business enterprise will prepare the above mentioned books only. They can increase or decrease the number of subsidiary books according to their needs. ਇਹਦਾ ਮਤਲਬ ਕੀ ਹੈਗਾ ਵਾ ਕਿ ਆਪਾਂ ਆਪਣੇ ਬਿਜ਼ਨਸ ਦੇ ਵਿੱਚ ਕੀ ਹੈ, ਇਹ ਜ਼ਰੂਰੀ ਨਹੀਂ ਕਿ ਆਪਾਂ ਸਾਰੀਆਂ ਬੁੱਕਸ ਜੋ ਆਪਾਂ ਡਿਸਕਸ ਕੀਤੀਆਂ ਵਾ ਪਰਚੇਜ਼ ਬੁੱਕ, ਸੇਲ ਬੁੱਕ, ਕੈਸ਼ ਬੁੱਕ, ਇਹ ਸਾਰੀਆਂ ਕੀ ਆਪਾਂ ਬਣਾਉਣੀਆਂ ਵਾ। ਇਹ ਡਿਪੈਂਡ ਕਰੂਗਾ ਕਿ ਆਪਾਂ ਆਪਣੇ ਬਿਜ਼ਨਸ ਦੇ ਵਿੱਚ ਕੀ ਆ ਜਿੰਨੀ ਆਪਾਂ ਨੂੰ ਜ਼ਰੂਰਤ ਹੈਗੀ ਉਹਦੇ ਅਕੋਰਡਿੰਗ ਕੀ ਆ ਸਬਸਿਡਰੀ ਬੁੱਕਸ ਜਿਹੜੀਆਂ ਵਾ ਇਨਕਰੀਜ਼ ਵੀ ਕਰ ਸਕਦੇ ਹਾਂ ਔਰ ਡਿਕਰੀਜ਼ ਵੀ ਕਰ ਸਕਦੇ ਹਾਂ। ਮੀਨਸ ਆਪਾਂ ਆਪਣੀ ਜ਼ਰੂਰਤਾਂ ਦੇ ਅਕੋਰਡਿੰਗ ਜਿਹੜੀਆਂ ਸਬਸਿਡਰੀ ਬੁੱਕਸ ਹੈਗੀਆਂ ਵਾ, ਠੀਕ ਹੈ, ਉਹਨੂੰ ਘਟਾ ਵੀ ਸਕਦੇ ਹਾਂ ਜਾਂ ਫਿਰ ਵਧਾ ਵੀ ਸਕਦੇ ਹਾਂ। Next we will discuss the meaning of cash book, features and types of cash book.
Let us start to read the first book, that is Cash Book. First of all, the meaning of Cash Book. Cash Book is a special journal in which all transactions relating to cash and bank are recorded directly from source documents. Means ਆਪਾਂ ਜੋ ਜਰਨਲ ਦੇ ਵਿੱਚ ਕੀ ਆ ਸਾਰੀਆਂ ਟ੍ਰਾਂਜੈਕਸ਼ਨ ਨੂੰ ਟ੍ਰਾਂਸਫਰ ਕਰ ਰਹੇ ਹਾਂ, ਜਿਹਦੇ ਵਿੱਚ ਕੀ ਆਪਾਂ ਸਿਰਫ ਕੈਸ਼ ਔਰ ਜਿਹੜੀਆਂ ਬੈਂਕ ਦੇ ਰਿਲੇਟਡ ਟ੍ਰਾਂਜੈਕਸ਼ਨ ਹੈਗੀਆਂ ਆਪਾਂ ਉਹ ਕੈਸ਼ ਬੁੱਕ ਦੇ ਵਿੱਚ ਡਾਇਰੈਕਟਲੀ ਕੀ ਆ ਉਹਨੂੰ ਕੀ ਆ ਟ੍ਰਾਂਸਫਰ ਕਰਾਂਗੇ। ਜਿੱਦਾਂ ਹੁਣ ਕੈਸ਼ ਬੁੱਕ ਦੇ ਵਿੱਚ ਕੀ ਆ ਜੋ ਕੈਸ਼ ਆਪਣੇ ਕੋਲੇ ਆ ਰਿਹਾ ਮੀਨਸ ਰਿਸਿਪਟਸ ਆਰ ਰਿਕਾਰਡਡ ਔਨ ਡੈਬਿਟ ਸਾਈਡ, ਉਹਨੂੰ ਆਪਾਂ ਡੈਬਿਟ ਸਾਈਡ 'ਤੇ ਰਿਕਾਰਡ ਕਰਾਂਗੇ ਔਰ ਜੋ ਆਪਣੀ ਪੇਮੈਂਟ ਹੋ ਰਹੀ ਆ ਉਹਨੂੰ ਆਪਾਂ ਕ੍ਰੈਡਿਟ ਸਾਈਡ 'ਤੇ ਕੀ ਆ ਰਿਕਾਰਡ ਕਰਾਂਗੇ। ਨੈਕਸਟ ਟੌਪਿਕ ਹੈ ਹਾਊ ਟੂ ਰਿਕਾਰਡ ਟ੍ਰਾਂਜੈਕਸ਼ਨ ਇਨ ਕੈਸ਼ ਬੁੱਕ। ਕੈਸ਼ ਬੁੱਕ ਦੇ ਵਿੱਚ ਆਪਾਂ ਟ੍ਰਾਂਜੈਕਸ਼ਨ ਨੂੰ ਕਿੱਦਾਂ ਰਿਕਾਰਡ ਕਰਨਾ, ਤੁਸੀਂ ਪਿਕਚਰ ਦੇ ਵਿੱਚ ਕੀ ਹੈ ਦੇਖ ਰਹੇ ਹੋ ਡੈਬਿਟ ਸਾਈਡ 'ਤੇ ਕੀ ਕੈਸ਼ ਇਨਫਲੋ ਲਿਖਿਆ ਹੋਇਆ ਵਾ, ਮੀਨਸ ਕਿ ਜੋ ਕੈਸ਼ ਆਪਣੇ ਬਿਜ਼ਨਸ ਦੇ ਵਿੱਚ ਆ ਰਿਹਾ ਵਾ। ਫਸਟ ਹੈਗਾ ਇੰਟਰੋਡਕਸ਼ਨ ਆਫ ਕੈਪੀਟਲ, ਅਗਰ ਆਪਾਂ ਕੋਈ ਵੀ ਕੈਪੀਟਲ ਜਿਹੜੀ ਆ ਉਹਦੀ ਆਪਣੀ ਇੰਟਰੋਡਿਊਸ ਕਰਾ ਰਹੇ ਹਾਂ, ਕੈਪੀਟਲ ਨੂੰ ਇਨਵੈਸਟ ਕਰ ਰਹੇ ਹਾਂ, ਠੀਕ ਹੈ, ਤਾਂ ਆਪਾਂ ਨੂੰ ਕੈਪੀਟਲ ਅਕਾਊਂਟ ਲਿਖ ਕੇ ਕੀ ਅਮਾਊਂਟ ਟ੍ਰਾਂਸਫਰ ਕਰ ਦਾਂਗੇ ਡੈਬਿਟ ਸਾਈਡ 'ਤੇ। ਸੈਕਿੰਡ ਹੈਗਾ ਵਾ ਸੇਲ ਆਫ ਗੁਡਸ ਐਂਡ ਐਸਿਡ ਕਿੱਦਾਂ ਦੇ ਹੋਗੇ ਜਾਂ ਫਰਨੀਚਰ ਮਸ਼ੀਨਰੀ, ਠੀਕ ਹੈ, ਆਪਾਂ ਕੋਈ ਵੀ ਸੇਲ ਕਰ ਰਹੇ ਕਿਸੇ ਗੁਡਸ ਦੀ ਜਾਂ ਫਿਰ ਐਸਿਡ ਦੀ ਤਾਂ ਆਪਾਂ ਟੂ ਸੇਲਸ ਜਾਂ ਫਿਰ ਐਸਿਡ ਅਕਾਊਂਟ ਲਿਖ ਕੇ ਕੀ ਅਮਾਊਂਟ ਟ੍ਰਾਂਸਫਰ ਕਰ ਦਾਂਗੇ। ਥਰਡ ਹੈਗਾ ਵਾ ਰਿਸੀਵ ਫਰੋਮ ਡੈਟਰ, ਅਗਰ ਕੋਈ ਵੀ ਅਮਾਊਂਟ ਜਿਹੜੀ ਆਪਾਂ ਰਿਸੀਵ ਕੀਤੀ ਹੈ ਡੈਟਰ ਤੋਂ ਤਾਂ ਟੂ ਡੈਟਰਸ ਅਕਾਊਂਟ ਪਾ ਕੇ ਕੀ ਆਪਾਂ ਅਮਾਊਂਟ ਟ੍ਰਾਂਸਫਰ ਕਰ ਦਾਂਗੇ ਡੈਬਿਟ ਸਾਈਡ 'ਤੇ। ਫੋਰਥ ਹੈ ਇਨਕਮ ਰਿਸੀਵ, ਅਗਰ ਕੋਈ ਵੀ ਆਪਾਂ ਇਨਕਮ ਰਿਸੀਵ ਕੀਤੀ ਆ, ਠੀਕ ਹੈ, ਜਿੱਦਾਂ ਆਪਾਂ ਰੈਂਟ ਰਿਸੀਵ ਕਰਦੇ ਹਾਂ ਉਹ ਆਪਣੇ ਲਈ ਕੀ ਇੱਕ ਇਨਕਮ ਆ ਤਾਂ ਆਪਾਂ ਟੂ ਇਨਕਮ ਰਿਸੀਵ ਅਕਾਊਂਟ ਲਿਖ ਕੇ ਕੀ ਅਮਾਊਂਟ ਟ੍ਰਾਂਸਫਰ ਕਰ ਦਾਂਗੇ। ਹੁਣ ਕ੍ਰੈਡਿਟ ਸਾਈਡ 'ਤੇ ਕੈਸ਼ ਆਊਟਫਲੋ ਲਿਖਿਆ ਹੋਇਆ ਵਾ, ਮੀਨਸ ਜੋ ਕੈਸ਼ ਆਪਣੇ ਬਿਜ਼ਨਸ ਦੇ ਵਿੱਚੋਂ ਜਾ ਰਿਹਾ ਵਾ। ਫਸਟ ਹੈ ਵਿਡਰੋਲ ਆਫ ਕੈਪੀਟਲ, ਅਗਰ ਆਪਾਂ ਕੀ ਆ ਜੋ ਕੈਪੀਟਲ ਆ, ਠੀਕ ਹੈ, ਆਪਣੀ ਕੀ ਆ ਕੈਸ਼ ਜਿਹੜਾ ਵਾ ਆਪਾਂ ਕਢਾਇਆ ਵਾ ਤਾਂ ਆਪਾਂ ਨੂੰ ਕੀ ਆ ਬਾਏ ਡਰਾਇੰਗਸ ਅਕਾਊਂਟ ਲੈ ਕੇ ਅਮਾਊਂਟ ਟ੍ਰਾਂਸਫਰ ਕਰਾਂਗੇ ਕ੍ਰੈਡਿਟ ਸਾਈਡ 'ਤੇ। ਸੈਕਿੰਡ ਹੈ ਪਰਚੇਜ਼ ਆਫ ਗੁਡਸ ਐਂਡ ਐਸਿਡ, ਕੋਈ ਵੀ ਆਪਾਂ ਗੁਡਸ ਨੂੰ ਪਰਚੇਜ਼ ਕਰ ਰਹੇ ਹਾਂ ਜਾਂ ਕਿਸੇ ਐਸਿਡ ਨੂੰ ਪਰਚੇਜ਼ ਕਰ ਰਹੇ ਹਾਂ ਤਾਂ ਆਪਾਂ ਬਾਏ ਪਰਚੇਜ਼ਿਸ ਐਸਿਡ ਅਕਾਊਂਟ ਲੈ ਕੇ ਅਮਾਊਂਟ ਟ੍ਰਾਂਸਫਰ ਕਰਾਂਗੇ। ਥਰਡ ਹੈਗਾ ਵਾ ਪੇਮੈਂਟ ਟੂ ਕ੍ਰੈਡੀਟਰਸ, ਅਗਰ ਕੋਈ ਵੀ ਆਪਣੀ ਪੇਮੈਂਟ ਸੀਗੀ ਜਿਹੜੀ ਆਪਾਂ ਕ੍ਰੈਡੀਟਰ ਨੂੰ ਪੇ ਕਰਨੀ ਹੈ ਤਾਂ ਉਹ ਬਾਏ ਕ੍ਰੈਡੀਟਰ ਅਕਾਊਂਟ ਲਿਖ ਕੇ। ਫੋਰਥ ਹੈ ਅਗਰ ਕੋਈ ਵੀ ਆਪਾਂ ਐਕਸਪੈਂਸ ਪੇ ਕੀਤਾ ਆਪਣਾ ਖਰਚਾ ਵਾ, ਠੀਕ ਹੈ, ਤਾਂ ਆਪਾਂ ਉਹ ਕੀ ਹੈ ਬਾਏ ਐਕਸਪੈਂਸ ਅਕਾਊਂਟ ਲਿਖ ਕੇ ਉਹਨੂੰ ਕੀ ਹੈ ਕ੍ਰੈਡਿਟ ਕਰ ਲਾਂਗੇ ਉਨੀ ਅਮਾਊਂਟ ਨੂੰ, ਠੀਕ ਹੈ। ਨੈਕਸਟ ਟੌਪਿਕ ਇਜ਼ ਫੀਚਰਸ ਆਫ ਕੈਸ਼ ਬੁੱਕ। ਓਨਲੀ ਕੈਸ਼ ਐਂਡ ਬੈਂਕ ਰਿਲੇਟਡ ਟ੍ਰਾਂਜੈਕਸ਼ਨ ਜਿਹੜੀਆਂ ਆਪਾਂ ਕੈਸ਼ ਬੁੱਕ ਦੇ ਵਿੱਚ ਰਿਕਾਰਡ ਕਰਨੀਆਂ। ਸੈਕਿੰਡ ਹੈ ਇਟ ਪਰਫੋਰਮਸ ਦਾ ਰੋਲ ਆਫ ਬੋਥ ਜਰਨਲ ਐਂਡ ਦਾ ਲੈਜਰ, ਜੋ ਕੈਸ਼ ਬੁੱਕ ਹੈਗੀ ਆ ਉਹ ਇੱਕ ਡਿਊਲ ਰੋਲ ਪਲੇ ਕਰਦੀ ਹੈ, ਮੀਨਸ ਜਰਨਲ ਦਾ ਵੀ ਔਰ ਲੈਜਰ ਦਾ ਵੀ। ਥਰਡ ਹੈ ਟ੍ਰਾਂਜੈਕਸ਼ਨਸ ਆਰ ਰਿਕਾਰਡਡ ਇਨ ਚਰੋਨੋਲੋਜੀਕਲ ਆਰਡਰ, ਇਹਦਾ ਮਤਲਬ ਕੀ ਹੈਗਾ ਕਿ ਆਪਾਂ ਜੋ ਟ੍ਰਾਂਜੈਕਸ਼ਨ ਰਿਕਾਰਡ ਕਰਨੇ ਇੱਕ ਸਿਸਟਮੈਟਿਕ ਵੇ ਦੇ ਨਾਲ ਰਿਕਾਰਡ ਕਰਾਂਗੇ ਕੈਸ਼ ਬੁੱਕ ਦੇ ਵਿੱਚ ਜੋ ਡੇਟ ਵਾਈਜ਼ ਹੋਣੀਆਂ ਚਾਹੀਦੀਆਂ। ਨੈਕਸਟ ਟਾਈਪਸ ਆਫ ਕੈਸ਼ ਬੁੱਕ। ਕੈਸ਼ ਬੁੱਕ ਜੋ ਹੈਗੀ ਆ ਉਹਦੀਆਂ ਟੂ ਟਾਈਪਸ ਹੈ, ਮੇਨ ਕੈਸ਼ ਬੁੱਕ ਔਰ ਪੈਟੀ ਕੈਸ਼ ਬੁੱਕ। ਮੇਨ ਕੈਸ਼ ਬੁੱਕ ਦੇ ਅੰਡਰ ਕਿਹੜੀ ਆ ਜਾਂਦੇ ਸਬ ਡਿਵਾਈਡ ਕੀਤਾ ਗਿਆ ਸਿੰਗਲ ਕਾਲਮ ਕੈਸ਼ ਬੁੱਕ, ਡਬਲ ਕਾਲਮ ਕੈਸ਼ ਬੁੱਕ। ਡਬਲ ਕਾਲਮ ਕੈਸ਼ ਬੁੱਕ ਦੇ ਵਿੱਚ ਕੀ ਆਪਾਂ ਕੈਸ਼ ਐਂਡ ਡਿਸਕਾਊਂਟ ਕਾਲਮ ਵੀ ਕਰਾਂਗੇ, ਬੈਂਕ ਐਂਡ ਡਿਸਕਾਊਂਟ ਕਾਲਮ, ਕੈਸ਼ ਐਂਡ ਬੈਂਕ ਕਾਲਮ। ਔਰ ਥਰਡ ਹੈਗਾ ਦਾ ਟ੍ਰਿਪਲ ਕਾਲਮ ਕੈਸ਼ ਬੁੱਕ। ਕੈਸ਼ ਬੁੱਕ ਦੀ ਸੈਕਿੰਡ ਟਾਈਪ ਹੈਗੀ ਪੈਟੀ ਕੈਸ਼ ਬੁੱਕ, ਜਿਹਦੇ ਵਿੱਚ ਕੀ ਹੈ ਪੈਟੀ ਐਕਸਪੈਂਸ ਜਿਹੜੇ ਰਿਕਾਰਡ ਕੀਤੇ ਜਾਂਦੇ।